पंजाब में प्राइवेट स्कूलों की बात करें तो जिस तरह से पंजाब में प्राइवेट स्कूलों के फीस के मसले को पंजाब हरियाणा हाई कोर्ट की तरफ से एक लंबी बहस के बाद ये निर्देश दिए गए कि इस मसले पर जो स्कूल हैं वो अब पेरेंट्स से फीस वसूल सकते हैं। इसके अलावा ये भी कहा गया कि एनुअल चार्जेस की बात करें, ट्रांसपोर्टेशन खर्चे की बात करें तो वो भी स्कूल जो है वो पेरेंट्स से ले सकते हैं। लेकिन इस मामले में जो हाई कोर्ट का सिंगल बेंच का फैसला था उसको अब डबल बेंच में चुनौती दे दी गई। आज इसी मामले के ऊपर लंबी सुनवाई हुई है और लंबी सुनवाई के बाद हालांकि आज पेरेंट्स एसोसिएशन जो है उसको किसी तरह की राहत तो मिलती नजर नहीं आई, क्योंकि स्टे की डिमांड की जा रही थी लेकिन स्टे आज नहीं मिला। लेकिन सोमवार को इस मामले पर दोबारा से सुनवाई होगी। याचिका दायर करने वाले वकील चरणपाल सिंह बागड़ी जो हैं वो हमारे साथ हैं, बातचीत करते हैं। सर, एक लंबी बहस पहले भी इस मसले पर हुई, सभी पार्टियों की तरफ से जो भी प्रतिवादी थे उनकी तरफ से अपने तर्क दिए गए और एक फैसला आया। अब फिर से आपने एक पटिशन दाखिल की है, क्या कुछ पटिशन के माध्यम से आपने हाईकोर्ट से गुहार लगाई है? किस तरह की राहत जो है वो पेरेंट्स को मिलनी चाहिए? नहीं, मैं अपील फाइल ਕੀਤੀ ਹੈ। जी। ਇਟਸ ਨਾਟ ਅ ਪਟੀਸ਼ਨ ਫਾਈਲ ਕੀਤੀ ਸੀ ਜੋ ਜਿਹਦੇ ਚ ਡਿਸਪੋਜ਼ ਆਫ ਹੋ ਗਈਆਂ ਸੀ ਕਾਮਨ ਪਟੀਸ਼ਨਾਂ। ਹੁਣ ਤੁਸੀਂ ਗੱਲ ਕਰ ਰਹੇ ਸੀ ਕਿ ਵੀ ਕੋਰਟ ਨੇ ਇਹ ਕਿਹਾ ਕਿ ਐਨੂਅਲ ਚਾਰजेस ਜਾਂ ਜਿਹੜੇ ਹੋਰ ਟਰਾਂਸਪੋਰਟੇਸ਼ਨ ਚਾਰजेस ਨੇ ਸਕੂਲ ਖੁਦ ਕੈਲਕੂਲੇਟ ਕਰੇ ਔਰ ਉਹ ਵੀ ਰਿਸੀਵ ਕਰ ਸਕਦਾ ਹੈ। ਸਿੰਗਲ ਬੈਂਚ ਆਨਰੇਬਲ ਸਿੰਗਲ ਬੈਂਚ ਨੇ ਜੋ ਆਬਜ਼ਰਵੇਸ਼ਨ ਦਿੱਤੀ ਸੀ, ਜਿਹੜੇ ਸਕੂਲ ਨੇ ਕਲਾਸ ਲਗਾਈ ਹੈ ਜਾਂ ਨਹੀਂ ਲਗਾਈ, ਆਨਲਾਈਨ ਐਜੂਕੇਸ਼ਨ ਪ੍ਰੋਵਾਈਡ ਕੀਤੀ ਹੈ ਜਾਂ ਨਹੀਂ ਕੀਤੀ, ਉਹ ਵੀ ਫੀਸ ਲੈ ਸਕਦਾ ਹੈ। ਐਨੂਅਲ ਐਡਮਿਸ਼ਨ ਫੀ ਲਈ ਜਾ ਸਕਦੀ ਹੈ। ਪੇਰੈਂਟਸ ਨੂੰ ਇਹ ਕਹਿਤਾ ਸੀ ਕਿ ਤੁਸੀਂ ਸਕੂਲ ਕੋਲੇ ਜਾਓ। ਹਾਲਾਂਕਿ ਸਾਡਾ ਕੇਸ ਇਹ ਸੀ ਵੀ ਅਸੀਂ ਸਭ ਤੋਂ ਪਹਿਲਾਂ ਸਕੂਲ ਕੋਲ ਗਏ, ਉਸ ਤੋਂ ਬਾਅਦ ਅਸੀਂ ਗਵਰਨਮੈਂਟ ਕੋਲ ਗਏ। ਗਵਰਨਮੈਂਟ ਨੇ 3 ਆਰਡਰ ਪਾਸ ਕੀਤੇ। ਫਾਈਨਲ ਆਰਡਰ 14/5/2020 ਵਾਲਾ ਆਰਡਰ ਹੈ ਜਿਹੜਾ ਕਿ ਪੇਰੈਂਟਸ ਦੀ ਕੰਪਲੇਂਟਸ ਤੋਂ ਬਾਅਦ ਹੀ ਫਾਈਲ ਕੀਤਾ ਗਿਆ। ਹੁਣ ਤੁਹਾਨੂੰ ਮੈਂ ਦੱਸ ਦਿੰਦਾ, ਡਿਜ਼ਾਸਟਰ ਮੈਨੇਜਮੈਂਟ ਐਕਟ, ਐਪੀਡੈਮਿਕ ਡਿਜ਼ੀਜ਼ ਐਕਟ, ਸੈਕਸ਼ਨ 234, ਅੰਡਰ ਦੈਟ ਦੀ ਗਵਰਨਰ ਆਫ ਪੰਜਾਬ ਇਸ਼ੂਡ ਦੀ ਨੋਟੀਫਿਕੇਸ਼ਨ, ਜਿਹੜੀ ਇਹ ਪ੍ਰਵੇਲਿੰਗ ਕੋਵਿਡ-19 ਦੀ ਸਿਚੁਏਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਦੇ DSE ਨੇ ਮਤਲਬ ਜਿਹੜੀ ਆਰਡਰ ਪਾਸ ਕੀਤੇ ਸੀ ਜਿਹਦੇ 'ਚ ਸਕੂਲਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਟਿਊਸ਼ਨ ਫੀ ਹੁਣ ਲੈ ਲਓ। ਉਸ ਤੋਂ ਬਾਅਦ ਜਿੰਨੇ ਐਡਮਿਸ਼ਨ ਚਾਰजेस ਨੇ ਜਾਂ ਹੋਰ ਚਾਰजेस ਨੇ ਜਦੋਂ ਨਾਰਮਲ ਕੰਡੀਸ਼ਨ ਹੋ ਜਾਏਗੀ ਉਦੋਂ ਲੈ ਲਿਓ। ਹੁਣ ਜਿਹੜੀ ਮੈਂ ਪਟੀਸ਼ਨ ਫਾਈਲ ਕੀਤੀ ਸੀ ਉਹ ਪਟੀਸ਼ਨ ਫਾਈਲ ਕੀਤੀ ਸੀ ਗਵਰਨਮੈਂਟ ਦੇ ਅਗੇਂਸਟ, ਕਿਉਂਕਿ ਰਿਟ ਲਾਈ ਕਰਦੀ ਹੈ ਗਵਰਨਮੈਂਟ ਦੇ ਅਗੇਂਸਟ, ਪ੍ਰਾਈਵੇਟ ਸਕੂਲਾਂ ਦੇ ਅਗੇਂਸਟ ਨਹੀਂ ਲਾਈ ਕਰਦੀ। ਔਰ ਐਪੀਡੈਮਿਕ ਐਕਟ ਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਵਿੱਚ ਪਾਵਰ ਵੀ ਗਵਰਨਮੈਂਟ ਕੋਲੇ ਹੈ। ਗਵਰਨਮੈਂਟ ਨੂੰ ਪਾਰਟੀ ਬਣਾਇਆ ਗਿਆ ਸੀ, ਜਿਹਦੇ ਨੋਟਿਸ ਹੋਇਆ, ਡਿਸਪੋਜ਼ ਆਫ ਹੋ ਗਿਆ, ਉਹ 'ਚ ਇਹ ਪਾਰਟੀ ਨਹੀਂ ਬਣੇ ਸਕੂਲ ਮੇਰੇ ਵਾਲੀ ਪਟੀਸ਼ਨ ਦੇ ਵਿੱਚ। ਤੇ ਹੁਣ ਉਹ ਪਟੀਸ਼ਨ ਦੇ ਵਿੱਚ ਜਦੋਂ ਆਰਡਰ ਤਾਂ ਕਾਮਨ ਹੋ ਗਿਆ ਸਾਰਾ ਹੀ, ਅਸੀਂ ਪੰਜਾਬ ਗਵਰਨਮੈਂਟ ਦੇ ਆਰਡਰ ਨੂੰ ਕਿੱਥੋਂ ਅਸੀਂ ਆਪਣੇ ਫੇਵਰ 'ਚ ਲੈਣਾ ਚਾਹੁੰਦੇ ਸੀ ਗਵਰਨਮੈਂਟ ਤੋਂ, ਹੋਰ ਵੀ ਗਵਰਨਮੈਂਟ ਨੂੰ ਤੁਸੀਂ ਡਾਇਰੈਕਸ਼ਨ ਕਰੋ, ਕੋਰਟ ਕਰੇਗੀ ਡਾਇਰੈਕਸ਼ਨ। ਟਿਊਸ਼ਨ ਫੀ ਤੁਸੀਂ ਜਰਨਲ ਕਹਿਤਾ, ਤੁਸੀਂ ਕਹੋ ਟਿਊਸ਼ਨ ਫੀ ਲੈਣੀ ਕਿੰਨੀ ਹੈ, ਕਿਤੋਂ ਲੈਣੀ ਹੈ ਟਿਊਸ਼ਨ ਫੀ ਵੀ। ਅਸੀਂ ਕਹਿੰਦੇ ਸੀ ਜਿਹੜੇ ਮਤਲਬ ਕਿੰਡਰਗਾਰਟਨ ਦੇ ਬੱਚੇ ਨੇ, ਸੈਕੰਡ ਸਟੈਂਡਰਡ ਤੱਕ ਦੇ ਬੱਚੇ ਨੇ, ਉਹਨਾਂ ਨੂੰ ਤਾਂ ਬੈਠਣਾ ਤੱਕ ਨਹੀਂ ਆਉਂਦਾ, ਉਹਨਾਂ ਤੋਂ ਕੋਈ ਫੀਸ ਨਹੀਂ ਲੈਣੀ ਬਣਦੀ, ਨਾ ਟਿਊਸ਼ਨ ਨਾ ਕੁਝ ਹੋਰ। ਜਿਹੜੇ ਬੱਚੇ ਸਕੂਲ ਦੀ ਆਨਲਾਈਨ ਐਜੂਕੇਸ਼ਨ ਲੈ ਰਹੇ ਨੇ, ਕੁਝ ਕੁ ਪੇਰੈਂਟਸ ਸ਼ਹਿਰਾਂ 'ਚ ਆਏ ਹੋਏ ਨੇ ਮਾਈਗ੍ਰੇਟ ਹੋ ਕੇ ਪੜ੍ਹਾਉਣ ਵਾਸਤੇ ਬੱਚਿਆਂ ਨੂੰ। ਲੋਕਡਾਊਨ ਹੋਇਆ, ਉਹ ਪਿੰਡਾਂ 'ਚ ਵਾਪਸ ਚਲੇ ਗਏ। ਪਿੰਡਾਂ 'ਚ ਇੰਟਰਨੈਟ ਕਨੈਕਟੀਵਿਟੀ ਨਹੀਂ, ਸਕੂਲ ਬੇਸ਼ੱਕ ਦੇ ਰਿਹਾ, ਉਹ ਆਨਲਾਈਨ ਐਜੂਕੇਸ਼ਨ ਉਹਨਾਂ ਦਾ ਬੱਚਾ ਨਹੀਂ ਲੈ ਪਾ ਰਿਹਾ। ਅਸੀਂ ਕਹਿੰਦੇ ਸੀ ਉਹਨਾਂ ਤੋਂ ਕੋਈ ਫੀਸ ਲੈਣੀ ਨਹੀਂ ਬਣਦੀ। ਪੰਜਾਬ ਗਵਰਨਮੈਂਟ ਨੇ ਜਿੱਥੇ ਕਿਹਾ ਸੀ ਵੀ ਇਹ ਸਮਰ ਬ੍ਰੇਕ ਦੀ ਫੀ ਲੈ ਲੈਣ, ਅਸੀਂ ਕਿਹਾ ਉਹ ਨਹੀਂ ਲੈਣੀ ਬਣਦੀ। ਅਸੀਂ ਕਿਹਾ ਸੀ ਵੀ ਇਹ ਐਡਮਿਸ਼ਨ ਫੀ ਵੀ ਨਾਰਮਲ ਕੰਡੀਸ਼ਨ ਹੋ। ਹੁਣ 1 ਅਪ੍ਰੈਲ ਨੂੰ ਐਡਮਿਸ਼ਨਾਂ ਹੁੰਦੀਆਂ, ਲੋਕਡਾਊਨ ਤਾਂ ਹੋਇਆ ਸਰ 24 ਮਾਰਚ ਨੂੰ। ਐਡਮਿਸ਼ਨ ਦਾ ਕੀ ਮਤਲਬ ਬਣਦਾ, ਕਿਉਂਕਿ ਇਹ ਸਾਰੇ ਜਿਹੜੇ ਚਾਰजेस ਐਨੂਅਲ ਐਡਮਿਸ਼ਨ ਚਾਰजेस ਦੇ ਵਿੱਚ ਬਿਲਡਿੰਗ ਫੰਡ ਹੁੰਦਾ, ਸੈਨੀਟੇਸ਼ਨ, ਵਾਟਰ, ਇਲੈਕਟ੍ਰੀਸਿਟੀ, ਸਾਰਾ ਕੁਝ ਇਨਕਲੂਡਡ ਹੁੰਦਾ। ਸਪੋਰਟਸ ਐਕਟੀਵਿਟੀ, ਐਕਸਟਰਾ ਕਰਕੂਲਰ ਐਕਟੀਵਿਟੀਜ਼ ਇਹਨਾਂ ਨੇ ਪ੍ਰੋਵਾਈਡ ਕਰਨੀ ਹੈ। ਸੋ ਐਕਸਟਰਾ ਕੈਰੀਕੂਲਰ ਐਕਟੀਵਿਟੀ ਕੋਈ ਨਹੀਂ ਹੋ ਰਹੀ, ਕੋਈ ਸਪੋਰਟਸ ਕਲਾਸ ਨਹੀਂ, ਕੋਈ ਡਾਂਸ ਕਲਾਸ ਨਹੀਂ, ਜਿਹੜੀ ਕਿ ਮੈਂਡੇਟਰੀ ਹੈ CBSE ਦੇ ਅਕੋਰਡਿੰਗਲੀ। ਅਸੀਂ ਕਿਹਾ ਸੀ ਵੀ ਜੇ ਇਹ 6 ਕਲਾਸਾਂ 'ਚੋਂ 2 ਕਲਾਸਿਸ ਦੇ ਰਹੇ ਨੇ, ਟਿਊਸ਼ਨ ਫੀ ਵੀ 19 ਦੇਣੀ ਬਣਦੀ ਹੈ। ਜਿਹੜੀ ਅਸੀਂ ਚਾਰजेस ਲਈ ਨਹੀਂ, ਸਾਡੇ ਵਾਰਡ ਨੇ, ਉਹਦੇ ਚਾਰजेस ਨਾ ਮੰਗੇ ਜਾ ਸਕਦੇ ਆ, ਨਾ ਲੈਣੇ ਬਣਦੇ ਨੇ। ਐਪੀਡੈਮਿਕ ਜਿਹੜੀ ਇਹ ਲੋਕਡਾਊਨ ਹੈ, ਇਹਨੇ ਜਿੱਦਾਂ ਸਕੂਲ ਨੂੰ ਹੋਰਾਂ ਨੂੰ ਅਫੈਕਟ ਕੀਤਾ, ਪੇਰੈਂਟਸ ਨੂੰ ਵੀ ਤਾਂ ਉਦਾਂ ਹੀ ਅਫੈਕਟ ਕੀਤਾ। ਪੇਰੈਂਟਸ ਕੋਲ ਤਾਂ ਕੋਈ ਇੱਦਾਂ ਦੀ ਜਾਦੂ ਦੀ ਛੜੀ ਹੈ ਨਹੀਂ ਕਿ ਉਹਨਾਂ ਕੋਲੇ ਪੈਸੇ ਆ ਰਹੇ ਨੇ, ਹੋਰ ਕਿਸੇ ਕੋਲ ਨਹੀਂ ਆ ਰਹੇ। ਸੋ
ਇਹਦੇ ਤੱਕ ਹੋਰ ਡਿਟੇਲ ਦੇ ਵਿੱਚ ਹੈਗਾ ਵੀ ਕੀ ਇਹਦੇ ਐਡਵਰਸ ਇਫੈਕਟ ਨੇ ਜੋ ਆਨਲਾਈਨ ਐਜੂਕੇਸ਼ਨ ਹੈ, ਕਿਉਂਕਿ ਹੁਣ ਤੁਸੀਂ ਜਿਹੜੇ ਸਿੰਗਲ ਬੈਂਚ ਦੇ ਫੈਸਲੇ ਨੂੰ ਲੈ ਕੇ ਡਬਲ ਬੈਂਚ ਗਏ ਹੋ, ਤੁਸੀਂ ਉਸ ਯਾਚਿਕਾ ਦੇ ਵਿੱਚ ਕੀ ਕਿਹਾ, ਜਿਹੜੀ ਅਰਜ਼ੀ ਤੁਸੀਂ ਫਾਈਲ ਕੀਤੀ ਹੈ, ਜਿਹੜੀ ਚੁਣੌਤੀ ਦਿੱਤੀ ਹੈ ਤੁਸੀਂ ਸਿੰਗਲ ਬੈਂਚ ਦੇ ਫੈਸਲੇ ਨੂੰ, ਔਰ ਉਸ ਦੇ ਵਿੱਚ ਕਿਸ ਕਿਸ ਨੂੰ ਪਾਰਟੀ ਬਣਾਇਆ? ਕਿਉਂਕਿ ਇਹ ਵੀ ਸਵਾਲ ਹੈ ਕਿ ਕਿਉਂ ਜਿਹੜੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਹੈ ਉਹਨਾਂ ਨੂੰ ਪਾਰਟੀ ਨਹੀਂ ਬਣਾਇਆ ਗਿਆ, ਸਰਕਾਰ ਨੂੰ ਡਾਇਰੈਕਟ ਪਾਰਟੀ ਬਣਾਇਆ ਗਿਆ। ਅੱਜ ਦੀ ਸੁਣਵਾਈ ਦੇ ਵਿੱਚ ਕਿਹੜੇ ਕਿਹੜੇ ਪਹਿਲੂਆਂ ਤੇ ਚਰਚਾ ਹੋਈ ਹੈ? ਮੇਰੀ ਰਿਟ ਜਿਹੜੀ ਫਾਈਲ ਕੀਤੀ ਸੀ ਉਹ ਸਰਕਾਰ ਦੇ ਅਗੇਂਸਟ ਸੀਗੀ। ਸਕੂਲਾਂ ਨੇ ਵੀ ਸਭ ਤੋਂ ਪਹਿਲਾਂ ਸਰਕਾਰ ਦੇ ਅਗੇਂਸਟ ਕੀਤੀ ਸੀ। ਪੇਰੈਂਟਸ ਪਾਰਟੀ ਬਣੇ ਉਹਦੇ 'ਚ। ਉਹਨਾਂ ਪੇਰੈਂਟਸ ਦੇ ਵਿੱਚੋਂ ਹੋਇਆ ਕਿ ਮੈਨੇਜਮੈਂਟ ਨੇ, ਜਿਹੜੇ ਜ਼ਿਆਦਾ ਪੈਸੇ ਵਾਲੀ ਮੈਨੇਜਮੈਂਟ ਹੈ, ਉਹਨਾਂ ਨੇ ਕੁਛ ਕੁ ਪੇਰੈਂਟਸ ਨਾਲ ਸੈਟਲਮੈਂਟ ਕਰ ਲਈ ਵੀ ਤੁਹਾਡੀ ਵੇਵ ਆਫ ਕਰ ਦਾਂਗੇ, ਉਹਨਾਂ ਨੇ ਨਾ ਵਿਡਰਾਅ ਕਰ ਲਏ। ਹੁਣ ਸਪੋਜ਼ 7 ਪਟੀਸ਼ਨਾਂ ਸੀਗੀਆਂ, ਇੱਕ ਪਟੀਸ਼ਨ ਸੀਗੀ ਜਿਹੜੀ ਪੇਰੈਂਟਸ ਵੱਲੋਂ ਸੀ, ਬਾਕੀ ਦੇ ਵਿੱਚ ਪਾਰਟੀ ਬਣਦੀਆਂ ਐਪਲੀਕੇਸ਼ਨਾਂ ਸੀ ਜੋ ਅਲਾਉ ਹੋ ਗਈਆਂ। 4 ਜਾਂ 6 ਪਟੀਸ਼ਨਾਂ ਦੇ ਵਿੱਚ ਸਪੋਜ਼ 6-7 ਪਟੀਸ਼ਨਾਂ ਨੇ, ਸਪੋਜ਼ ਉਹ ਜਿਹੜਾ ਆਰਡਰ ਹੈ ਉਹ ਸਕੂਲਾਂ ਦੇ ਫੇਵਰ 'ਚ ਹੈ, ਜਿਹੜੇ ਉਹਨਾਂ 'ਚ ਪੇਰੈਂਟਸ ਨੇ ਉਹ ਅਪੀਲ ਨਹੀਂ ਕਰਨਾ ਚਾਹੁੰਦੇ। ਇੱਕ ਮਿੰਟ ਲਈ ਮੰਨ ਲਓ ਜਿਹੜੀ ਮੇਰੇ ਵਾਲੀ ਪਟੀਸ਼ਨ ਦੇ ਵਿੱਚ ਪੇਰੈਂਟਸ ਨੇ, ਉਹਨਾਂ ਦਾ ਅਪੀਲ ਦਾ ਅਧਿਕਾਰ ਤਾਂ ਨਹੀਂ ਖਤਮ ਹੋ ਸਕਦਾ। ਕੇਵਟ ਇਹਨਾਂ ਨੇ ਫਾਈਲ ਕੀਤੀ, ਮੇਰੇ ਵਾਲੀ 'ਚ ਕੇਵਟ ਨਹੀਂ ਫਾਈਲ ਹੋ ਸਕਦੀ ਸੀ ਕਿਉਂਕਿ ਇਹ ਪਾਰਟੀ ਨਹੀਂ ਬਣੇ, ਨਾ ਇਹ ਪਾਰਟੀ ਸੀਗੇ। ਇਸੇ ਕਰਕੇ ਤਾਂ ਅੱਜ ਕੇਸ ਲਿਸਟ ਹੋ ਗਿਆ। ਕੇਸ ਇਹ ਨਹੀਂ ਹੈ ਜੇ ਇਹ ਪਾਰਟੀ ਨਹੀਂ ਬਣਨਗੇ ਜਾਂ ਇਹ ਪਾਰਟੀ ਮਤਲਬ ਅੱਗੇ ਨਹੀਂ ਜਾਂਦਾ ਵੀ ਕੇਸ ਦੀ ਸੁਣਵਾਈ ਨਹੀਂ ਹੋਊਗੀ। ਡਾਇਰੈਕਸ਼ਨ ਤਾਂ ਅਸੀਂ ਸਰਕਾਰ ਦੇ ਸਰਕਾਰ ਨੂੰ ਮੰਗ ਰਹੇ ਹਾਂ ਵੀ ਸਰਕਾਰ ਇਹਨਾਂ ਨੂੰ ਬਾਉਂਡ ਕਰੇਗੀ। ਸਰਕਾਰ ਬਾਉਂਡ ਕਿਹਨੂੰ ਕਰੂਗੀ? ਸਕੂਲ ਨੂੰ। ਸਕੂਲ ਕਿਹੜਾ ਇੱਕ ਹੈ? ਪੂਰੇ ਪੰਜਾਬ 'ਚ ਕਿੰਨੇ ਸਕੂਲ ਨੇ? ਅਸੀਂ ਮੰਗਿਆ ਵੀ ਉਹ ਕਾਮਨ ਆਰਡਰ ਹੋ ਕੇ ਇਹ ਆਰਡਰ ਸਰਕਾਰ ਨੂੰ ਕਰੋ, ਸਰਕਾਰ ਆਪੇ ਇੰਪਲੀਮੈਂਟ ਕਰੂਗੀ। ਸਰਕਾਰ ਕੋਲੇ ਪਾਵਰ ਹੈ ਨਾ ਲੈਜਿਸਲੇਟ ਕਰਨ ਦੀ। ਤਾਂ ਸੋ ਦੈਟ ਵੀ ਵਾਂਟ ਆਰ ਦੀ ਸੇਮ। ਤੇ ਅੱਜ ਕੀ ਹੋਇਆ ਸੁਣਵਾਈ ਦੇ ਵਿੱਚ? ਕਿਉਂਕਿ ਏਜੀ ਵੀ ਅੱਜ ਖੁਦ ਪੇਸ਼ ਹੋਏ ਸੀ, ਉਹ ਵੀ ਕਹਿੰਦੇ ਕਿ ਆਪਾਂ ਵੀ ਇੱਕ ਰਿਵਿਊ ਪਟੀਸ਼ਨ ਪਾਣਾ ਚਾਹੁੰਦੇ ਹਾਂ ਕੋਰਟ ਦੇ ਵਿੱਚ। ਹੋਰ ਕਿਹੜੇ ਕਿਹੜੇ ਪਹਿਲੂਆਂ ਤੇ? ਦੇਖੋ, ਇੱਕ ਗੱਲ ਤੇ ਇਹ ਕਲੀਅਰ ਹੋ ਗਈ ਵੀ ਪੰਜਾਬ ਸਰਕਾਰ ਵੀ ਅਪੀਲ ਦਾਇਰ ਕਰ ਰਹੀ ਹੈ। ਹੁਣ ਸਪੋਜ਼ ਮੇਰੀ ਪਟੀਸ਼ਨ ਦੇ ਵਿੱਚ ਅੱਜ ਕੋਈ ਵੀ ਆਰਡਰ ਹੁੰਦਾ, ਉਦੋਂ ਬਾਅਦ ਕੋਈ ਪਟੀਸ਼ਨ ਫਾਈਲ ਹੁੰਦੀ ਤਾਂ ਉਹ ਆਰਡਰ ਹੁੰਦਾ ਰਹਿਣਾ ਸੀ। ਪਟੀਸ਼ਨਾਂ ਅਲੱਗ-ਅਲੱਗ ਨੇ। ਕੋਰਟ ਨੇ ਇਹ ਵੀ ਵਿਊ ਰੱਖਿਆ ਕਿ ਵੀ ਕਿਉਂ ਨਾ ਸੁਣਵਾਈ ਇਕੱਠੀ ਹੋ ਜੇ। ਮੈਨੂੰ ਵੀ ਉਹਦੇ 'ਚ ਕੋਈ ਇਤਰਾਜ਼ ਨਹੀਂ ਕਿਉਂਕਿ ਕੋਰਟ ਦੀਆਂ ਪਾਵਰਸ ਵੀ ਨੇ ਔਰ ਕੋਰਟ ਚਾਹੁੰਦੀ ਹੈ ਵੀ ਅੱਜ ਆਰਡਰ, ਕੋਰਟ ਦਾ ਆਰਡਰ ਫੇਵਰ 'ਚ ਵੀ ਆ ਸਕਦਾ ਹੈ, ਕਿਸੇ ਵੀ ਸਾਈਡ ਹੋ ਸਕਦਾ, ਪਰ ਉਹ ਇੰਪਲੀਮੈਂਟ ਸਾਰਿਆਂ 'ਚ ਹੋਣਾ ਸੀ। ਸੋ ਏਜੀ ਸਾਹਿਬ ਨੇ ਵੀ ਇਹ ਕਿਹਾ ਕਿ ਵੀ ਅਸੀਂ ਅਪੀਲ ਅੱਜ ਜਾਂ ਕੱਲ ਦਾਇਰ ਕਰ ਦਿੰਦੇ ਆ ਤੇ ਇਸ ਕਰਕੇ ਮੰਡੇ ਲਈ ਕੇਸ ਰੱਖ ਲਿਆ। ਉਹ ਲਿਸਟ ਹੋ ਕੇ ਉਸ ਦਿਨ ਹੀਅਰਿੰਗ ਹੋ ਜਾਏਗੀ। ਅੱਜ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਮਿਲੀ, ਯਾਨੀ ਸਿੱਧੇ ਮਾਇਨੇ 'ਚ ਹੈ ਕਹੀਏ? ਹਾਂ, ਆਫ ਕੋਰਸ ਕੋਈ ਰਾਹਤ ਨਹੀਂ ਮਿਲੀ ਔਰ ਸਿਰਫ ਇਸ ਰੀਜ਼ਨ ਕਰਕੇ ਜਿਹੜੇ ਮਤਲਬ ਉਹਨਾਂ ਨੇ ਇਹ ਵੀ ਏਜੀ ਸਾਹਿਬ ਨੇ ਦੱਸਿਆ ਵੀ ਹੋਰ ਕੁਝ ਐਡਵੋਕੇਟ ਜਿਹੜੇ ਹੋਰ ਪੇਰੈਂਟਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਕਿਸੇ ਹੋਰ ਪਟੀਸ਼ਨਾਂ ਦੇ ਵਿੱਚ, ਉਹ ਵੀ ਆਣਾ ਚਾਹੁੰਦੇ ਨੇ। ਉਹਨਾਂ ਨੇ ਸ਼ਾਇਦ ਕੋਈ ਫਾਈਲ ਵੀ ਕੀਤੀ ਹੈ, ਮੇਰੇ ਕੋਲ ਤਾਂ ਕੋਈ ਇਨਫੋਰਮੇਸ਼ਨ। ਓਵਰਆਲ ਸਾਰੇ ਮਸਲੇ ਤੇ 21 ਦਿਨ ਸੁਣਵਾਈ ਹੋਊਗੀ? ਹਾਂਜੀ ਹਾਂ। ਤਦ ਤੱਕ ਕਿਆ ਸਕੂਲ ਜਿਹੜੇ ਨੇ ਪੇਰੈਂਟਸ ਤੋਂ ਫੀਸ ਲੈ ਸਕਦੇ ਨੇ? ਰਾਈਟ ਹੈ ਉਹਨਾਂ ਕੋਲ? ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਿਆ, ਜਦੋਂ ਜਿਹੜਾ ਅਪੀਲ ਦਾ ਅਧਿਕਾਰ ਹੈ ਇਹ ਸਾਨੂੰ ਸੰਵਿਧਾਨਕ ਅਧਿਕਾਰ ਸਾਨੂੰ ਹਾਸਲ ਹੈ। ਤੁਸੀਂ ਨੀਚੇ ਕੋਈ ਦਾਵਾ ਫਾਈਲ ਕਰਦੇ ਹੋ ਕੋਈ, ਹੈ ਨਾ, ਵੀ ਮੈਨੂੰ ਇਹ ਕੋਰਟ ਕਹਿ ਦਿੰਦੀ ਹੈ ਵੀ ਹਾਂ ਇਹ ਨਜਾਇਜ਼ ਕਬਜ਼ਾ, ਇਹਦਾ ਕਬਜ਼ਾ ਜਿਹੜਾ ਦੂਜੀ ਧਿਰ ਨੂੰ ਦਿੱਤਾ ਜਾਂਦਾ ਹੈ। ਲੇਕਿਨ ਇਸ ਦੇ ਵਿੱਚ ਇਹ ਵੀ ਸਪਸ਼ਟ ਕਰਨਾ ਚਾਹੂੰਗਾ ਕਿ ਜਦ ਤੱਕ ਕੋਰਟ ਉਸ ਆਰਡਰ ਨੂੰ ਸਟੇ ਨਹੀਂ ਕਰਦੀ ਤਦ ਤੱਕ ਸਕੂਲਾਂ ਨੂੰ ਰਾਈਟ ਹੈ ਕਿ ਹਾਂ ਉਸ ਆਰਡਰ ਦੇ ਮੁਤਾਬਿਕ ਫੀਸ ਵੀ ਲੈ ਸਕਦੇ ਆ, ਐਡਮਿਸ਼ਨ ਫੀਸ ਵੀ ਲੈ ਸਕਦੇ ਆ, ਹਰ ਕੁਝ ਜਿਹੜਾ ਕੋਰਟ ਨੇ ਨਿਰਦੇਸ਼ ਕੀਤੇ ਉਹ ਲੈ ਸਕਦੇ ਆ ਪੇਰੈਂਟਸ ਤੋਂ। ਮੈਂ ਤੁਹਾਨੂੰ ਉਹੀ ਦੱਸ ਰਿਹਾ ਨਾ, 30 ਦਿਨ ਚ ਤਾਂ ਆ ਗਏ ਨਾ ਅਸੀਂ। 30 ਦਿਨ ਦਾ ਟਾਈਮ ਤਾਂ ਸਟੈਚੂਟਰੀ ਪੀਰੀਅਡ ਆ ਸਰ। ਅਸੀਂ ਤਾਂ 30 ਤੋਂ ਪਹਿਲਾਂ ਹੀ ਆ ਗਏ ਆ। ਹੁਣ ਮੰਡੇ ਲਈ ਸੁਣਵਾਈ ਹੈ। ਜੇ ਸਕੂਲ ਕਹੇ ਵੀ 5 ਦਿਨਾਂ ਦੇ ਵਿੱਚ ਅਸੀਂ ਵਸੂਲ ਲਾਂਗੇ ਜਾਂ ਮਤਲਬ ਉਹ ਇਹ ਕੋਈ ਥ੍ਰੈਟਨਿੰਗ ਯੂਜ਼ ਕਰਦੇ ਆ, ਇਹ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ, ਇਹਦਾ ਡਿਸੀਜਨ ਰੈਸ਼ਨਲ ਇਹ ਹੈ ਕਿ ਵੀ ਉਹਦਾ ਵੇਟ ਕਰਕੇ ਡਿਸੀਜਨ ਦੇ ਅਕੋਰਡਿੰਗਲੀ ਜੋ ਹੋਊਗਾ, ਜਾਂ ਅੱਗੇ ਵੀ ਕਿਉਂਕਿ ਅੱਗੇ ਤੱਕ ਵੀ SLP ਤੱਕ ਦਾ ਰਾਈਟ ਹੈ। ਸੁਪਰੀਮ ਕੋਰਟ ਵੀ ਸਿਮਿਲਰ ਪਟੀਸ਼ਨ ਪੈਂਡਿੰਗ ਪਏ ਹੋਏ ਨੇ। ਉਸ ਦੇ ਵਿੱਚ ਮੈਂ ਇਨ ਪਰਸਨ, ਕਿਉਂਕਿ ਪੇਰੈਂਟਸ ਨਹੀਂ ਜਾ ਸਕਦੇ ਸੀ, ਆਈ ਹੈਵ ਫਾਈਲਡ ਦੀ ਐਪਲੀਕੇਸ਼ਨ ਬਿਫੋਰ ਦੀ ਐਪੈਕਸ ਕੋਰਟ ਪੇਰੈਂਟਸ ਦਾ ਹੱਕ ਪ੍ਰੈਜ਼ੈਂਟ ਕਰਨ ਦੇ ਲਈ। ਔਰ ਜੋ ਆਨਰੇਬਲ ਸੁਪਰੀਮ ਕੋਰਟ ਦਾ ਆਰਡਰ ਹੋਊਗਾ ਤਾਂ ਆਲ ਓਵਰ ਬਾਈਂਡਿੰਗ ਹੋਏਗਾ। ਪਹਿਲਾਂ ਅਸੀਂ ਡਿਵੀਜ਼ਨ ਬੈਂਚ ਦਾ ਜਿਹੜਾ ਆਰਡਰ ਹੈ ਉਹਦੇ ਅਸੀਂ ਆਪਣੀ ਰੈਮਡੀ ਹੈ ਜਿਹੜੀ ਉਹ ਲੈ ਰਹੇ ਹਾਂ। ਯਾਨੀ ਹੁਣ ਸੋਮਵਾਰ ਨੂੰ ਸਿੱਧੀ ਸੁਣਵਾਈ ਹੋਏਗੀ? ਹਾਂਜੀ, ਡੇਟ ਆ ਗਈ ਹੈ। ਇਟ ਇਜ਼ ਔਨ 13th of July। ਦੀ ਮੈਟਰ ਹੈਜ਼ ਬੀਨ ਫਿਕਸਡ ਫਾਰ ਹੀਅਰਿੰਗ 13th of July।
बिल्कुल देखिए, सीधे तौर पर अगर बात करें तो इस मामले में अब 13 जुलाई को लंबी सुनवाई हो सकती है। और अगर हम बात करें जितने भी प्रतिवादी इस केस में बनना चाहते हैं, चाहे प्राइवेट स्कूल एसोसिएशन की बात करें चाहे और पेरेंट्स की बात करें, अगर वो भी इस केस में पार्टी बनना चाहते हैं तो कोर्ट में अपनी याचिका जो है वो दायर कर सकते हैं। इस तरह के निर्देश आज जारी कर दिए गए हैं। देखने वाली बात रहेगी कि 13 तारीख की सुनवाई के दौरान सभी पक्ष जो हैं किस तरह की दलीलें देते हुए नजर आते हैं और किसकी दलीलों से कोर्ट जो है वो रजामंद होती है। कैमरामैन दविंदर सिंह के साथ विनीत कपूर, एएनबी न्यूज़, चंडीगढ़।